ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਗਮੀਤ ਸਿੰਘ ਦਾ ਟਰੂਡੋ ਨੂੰ ਸਵਾਲ, ਪੁੱਛਿਆ ਕਰੋਨਾ ਦੌਰਾਨ ਵੀ ਕਰਾਉਣਗੇ ਚੋਣਾਂ। ਭਾਰਤ ਦੇ ਕਿਸਾਨਾਂ ਦੇ ਲਈ ਕੈਨੇਡਾ ਦੇ ਵਿੱਚ ਚੱਲੀ ਲਹਿਰ, ਸੂਬਿਆਂ ਦੀਆਂ ਵਿਧਾਨ ਸਭਾ ਬਾਹਰ ਜੁੱਤੀਆਂ ਰੱਖ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ। ਕੈਨੇਡਾ ਦੇ ਵਿੱਚ ਕੱਚਿਆਂ ਨੂੰ ਪੱਕਾ ਕਰਨ ਦੀ ਉੱਠੀ ਮੰਗ, ਹੋਪ ਵੈਲਫੇਅਰ ਸੁਸਾਇਟੀ ਨੇ ਚਲਾਈ ਪਟੀਸ਼ਨ। ਕੈਨੇਡਾ ਨੇ ਰਿਫਿਊਜੀਆਂ ਨੂੰ ਦਿੱਤੀ ਵੱਡੀ ਰਾਹਤ, ਸਰਕਾਰ ਚੁੱਕੇਗੀ ਹੋਟਲ ਅਤੇ ਕਰੋਨਾ ਟੈਸਟ ਦਾ ਖਰਚਾ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸਵਾਲ ਪੁੱਛਿਆ ਗਿਆ ਹੈ। ਇਸ ਸਵਾਲ ਚੋਣਾਂ ਦੇ ਮੁੱਦੇ ਦੇ ਉੱਪਰ ਪੁੱਛਿਆ ਗਿਆ। ਉਹਨਾਂ ਕਿਹਾ ਕਿ ਟਰੂਡੋ ਵੱਲੋਂ ਆਪਣੀ ਪਾਰਟੀ ਨੂੰ ਕਿਹਾ ਗਿਆ ਕਿ ਉਹ ਸਪਰਿੰਗ ਵਾਸਤੇ ਚੋਣਾਂ ਜੋ ਹੋਣ ਜਾ ਰਹੀਆਂ ਨੇ ਉਸ ਵਾਸਤੇ ਤਿਆਰ ਹੋ ਜਾਣ। ਪਰ ਦੂਜੇ ਪਾਸੇ ਇਸ ਸਮੇਂ ਕਰੋਨਾ ਵਾਇਰਸ ਵੇਰੀਐਂਟ ਦੇ ਨਾਲ ਜੁੜੇ ਹੋਏ ਵੀ ਮਾਮਲੇ ਲਗਾਤਾਰ ਫੈਲਦੇ ਜਾ ਰਹੇ ਹਨ। ਅਜਿਹੇ ਜੋ ਸਵਾਲ ਪ੍ਰਧਾਨ ਮੰਤਰੀ ਤੋਂ ਪੁੱਛਣਾ ਚਾਹੁੰਦੇ ਨੇ ਕਿ ਉਹ ਇਸ ਵਾਇਰਸ ਦੇ ਫੈਲਾਅ ਦੇ ਦੌਰਾਨ ਚੋਣਾਂ ਕਰਵਾਉਣਗੇ ਜਾਂ ਫਿਰ ਨਹੀਂ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਸਵਾਲ ਪੁੱਛਿਆ ਗਿਆ। ਉਹਨਾਂ ਸਵਾਲ ਦਾ ਜਵਾਬ ਹਾਂ ਜਾਂ ਨਾ ਦੇ ਵਿੱਚ ਮੰਗਿਆ ਹੈ। ਇਹ ਸਵਾਲ ਜੁੜਿਆ ਹੋਇਆ ਹੈ ਇਲੈਕਸ਼ਨਸ ਦੇ ਨਾਲ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਪਾਰਟੀ ਨੂੰ ਕਿਹਾ ਹੈ ਕਿ ਉਹ ਸਪਰਿੰਗ ਦੇ ਲਈ ਤਿਆਰ ਹੋ ਜਾਣ ਕਿਉਂਕਿ ਇਲੈਕਸ਼ਨਸ ਹੋਣ ਜਾ ਰਹੀਆਂ ਹਨ। ਪਰ ਇਸੇ ਦੌਰਾਨ ਅਸੀਂ ਦੇਖਿਆ ਹੈ ਕਿ ਕੋਵਿਡ-19 ਵੇਰੀਐਂਟ ਦੇ ਨਾਲ ਜੁੜੇ ਹੋਏ ਮਾਮਲੇ ਸਾਹਮਣੇ ਆ ਰਹੇ ਹਨ, ਜਾਣੀ ਕਿ ਇਹ ਨਵਾਂ ਵੇਰੀਐਂਟ ਵਾਈਲਡ ਫਾਇਰ ਦੀ ਤਰ੍ਹਾਂ ਫੈਲ ਰਿਹਾ ਹੈ। ਇਸ ਦਾ ਕੀ ਪ੍ਰਭਾਵ ਹੈ, ਇਸ ਦੇ ਨਾਲ ਅਸੀਂ ਸਾਰੇ ਜਾਣੂ ਹਾਂ। ਜਗਮੀਤ ਸਿੰਘ ਨੇ ਸੈਸ਼ਨ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ ਹੈ ਕਿ ਉਹ ਚੈਂਬਰ ਦੇ ਵਿੱਚ ਉਹਨਾਂ ਨੂੰ ਜਵਾਬ ਦੇਣਗੇ ਕਿ ਪੈਂਡੇਮਿਕ ਦੇ ਦੌਰਾਨ ਉਹਨਾਂ ਦੀ ਸਰਕਾਰ ਇਲੈਕਸ਼ਨਸ ਕਰਵਾਵੇਗੀ ਜਾਂ ਫਿਰ ਨਹੀਂ। The Prime Minister told his party to get ready for a spring election. All the while, the new variants of COVID-19 are spreading like wildfire. We've seen the effect of the new variant in Newfoundland and Labrador, where people are getting sick and they're afraid to vote, and it's meant that they've had to delay the election. I have committed that I will not trigger an election while we are fighting this pandemic. Will the Prime Minister commit today in this chamber that he will not call an election while we are fighting this pandemic? Yes or no? ਭਾਰਤ ਦੇ ਕਿਸਾਨਾਂ ਦੇ ਵਾਸਤੇ ਕੈਨੇਡਾ ਦੇ ਵਿੱਚ ਇੱਕ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ। ਦਰਅਸਲ ਇੱਥੇ ਇੱਕ ਲਹਿਰ ਚਲਾਈ ਗਈ ਹੈ। ਵੱਖ-ਵੱਖ ਕੈਨੇਡਾ ਦੇ ਸੂਬਿਆਂ ਅਤੇ ਵਿਧਾਨ ਸਭਾ ਦੇ ਬਾਹਰ ਜਾ ਕੇ ਪ੍ਰੋਟੈਸਟ ਕੀਤਾ ਜਾ ਰਿਹਾ ਹੈ, ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਾਰਲੀਮੈਂਟ ਵਿਧਾਨ ਸਭਾ ਦੇ ਬਾਹਰ ਜੁੱਤੀਆਂ ਖਾਲੀ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦਾ ਮਕਸਦ ਹੈ ਉਹਨਾਂ तमाम ਲੋਕਾਂ ਨੂੰ ਰਿਪਰੈਜ਼ੈਂਟ ਕਰਨਾ ਜਿਨ੍ਹਾਂ ਦੀ ਸ਼ਹੀਦੀ ਇਸ ਅੰਦੋਲਨ ਦੇ ਦੌਰਾਨ ਹੋ ਗਈ। ਕੈਨੇਡਾ ਦੇ ਵਿੱਚ ਭਾਰਤ ਦੇ ਕਿਸਾਨਾਂ ਦੇ ਲਈ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ। ਇਹਨਾਂ ਭਾਰਤ ਦੇ ਕਿਸਾਨਾਂ ਦੇ ਲਈ ਜੋ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਹਨਾਂ ਵਾਸਤੇ ਹਿਊਮਨ ਰਾਈਟਸ ਮੂਵਮੈਂਟ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਨੂੰ ਨਾਮ ਦਿੱਤਾ ਗਿਆ ਹੈ ਬੈਸਮੋ ਵੇਵ ਦਾ। ਦੱਸ ਦੇਈਏ ਕਿ ਭਾਰਤ ਦੇ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਲਾਰਜੈਸਟ ਪ੍ਰੋਟੈਸਟ ਇਨ ਹਿਊਮਨ ਹਿਸਟਰੀ ਦੱਸਿਆ ਗਿਆ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਵਿਧਾਨ ਸਭਾ ਦੇ ਬਾਹਰ ਜਾ ਕੇ ਪ੍ਰਦਰਸ਼ਨ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਇਸ ਮੂਵਮੈਂਟ ਦੇ ਜ਼ਰੀਏ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚੁਆਨ, ਮੈਨੀਟੋਬਾ, ontario ਦੀਆਂ ਵਿਧਾਨ ਸਭਾ ਦੇ ਬਾਹਰ ਜਾ ਕੇ ਪ੍ਰਦਰਸ਼ਨ ਕੀਤਾ ਗਿਆ। ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਜਾ ਕੇ ਵੀ ਪ੍ਰੋਟੈਸਟ ਜਾਣੀ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਰਤ ਦੇ ਕਿਸਾਨਾਂ ਦੇ ਲਈ ਆਵਾਜ਼ ਚੁੱਕੀ ਜਾ ਰਹੀ ਹੈ। ਇਸ ਪ੍ਰਦਰਸ਼ਨ ਦੇ ਦੌਰਾਨ 200 ਖਾਲੀ ਜੁੱਤੀਆਂ ਵਿਧਾਨ ਸਭਾ ਦੇ ਬਾਹਰ ਰੱਖੀਆਂ ਜਾ ਰਹੀਆਂ ਸਨ, ਜਿਸ ਦਾ ਮਤਲਬ ਸੀ ਕਿ ਜੋ ਇਸ ਅੰਦੋਲਨ ਦੇ ਦੌਰਾਨ ਸ਼ਹੀਦ ਹੋਏ ਹਨ, ਉਹਨਾਂ ਦੀ ਯਾਦ ਦੇ ਵਿੱਚ ਇਹਨਾਂ ਖਾਲੀ ਜੁੱਤੀਆਂ ਨੂੰ ਇੱਥੇ ਰੱਖਿਆ ਗਿਆ। ਇਹ ਪ੍ਰਦਰਸ਼ਨਕਾਰੀ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਤੋਂ ਤੁਰੇ ਸਨ। ਵੱਖ-ਵੱਖ ਸੂਬਿਆਂ ਤੋਂ ਹੁੰਦੇ ਹੋਏ ਕੈਨੇਡਾ ਦੀ ਪਾਰਲੀਮੈਂਟ ਦੇ ਬਾਹਰ ਪਹੁੰਚੇ, ਜਿੱਥੇ ਠੀਕ ਉਸੇ ਤਰ੍ਹਾਂ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਬਾਕੀ ਸੂਬਿਆਂ ਦੇ ਵਿੱਚ ਜਾ ਕੇ ਕੀਤਾ ਗਿਆ ਸੀ। ਦੱਸੀਏ ਕਿ ਲਗਾਤਾਰ ਕੈਨੇਡਾ ਦੇ ਵਿੱਚ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਸਮੇਂ-ਸਮੇਂ ਦੇ ਉੱਪਰ ਰੈਲੀਆਂ ਕੱਢੀਆਂ ਜਾ ਰਹੀਆਂ ਨੇ। ਆਪਣੇ ਤਰੀਕੇ ਦੇ ਨਾਲ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਕਿ ਭਾਰਤ ਦੀ ਸਰਕਾਰ ਤੱਕ ਇਹ ਗੱਲ ਪਹੁੰਚਾਈ ਜਾਵੇ ਕਿ ਜੋ ਕਿਸਾਨ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ ਅਤੇ ਇਸ ਮੁੱਦੇ ਦੇ ਉੱਪਰ ਇੱਕ ਢੁਕਵਾਂ ਹੱਲ ਕੱਢਿਆ ਜਾਵੇ। ਖੇਤੀਬਾੜੀ ਦੇ ਨਾਲ ਸੰਬੰਧਿਤ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ। ਕੈਨੇਡਾ ਵੱਲੋਂ ਸਾਲਾਨਾ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਕੈਨੇਡਾ ਵੱਲੋਂ ਆਪਣਾ ਨਵਾਂ ਇਮੀਗ੍ਰੇਸ਼ਨ ਲੈਵਲਸ ਪਲਾਨ ਐਲਾਨਿਆ ਗਿਆ। ਇਸ ਦੇ ਤਹਿਤ ਇਸ ਸਾਲ 4,01,000 ਇਮੀਗ੍ਰੈਂਟ ਦਾ ਸਵਾਗਤ ਕੀਤਾ ਜਾਣਾ ਹੈ। ਪਰ ਅਜਿਹੇ ਦੇ ਵਿੱਚ ਸਰਕਾਰ ਕਿਵੇਂ ਇਹ ਟੀਚਾ ਪੂਰਾ ਕਰੇਗੀ, ਇਸ ਦੇ ਬਾਰੇ ਜਾਣਕਾਰੀ ਮਿਲਦੀ ਹੈ ਜੋ ਐਕਸਪ੍ਰੈਸ ਐਂਟਰੀ ਡਰਾ ਇਸ ਵਾਰ ਦਾ ਕੱਢਿਆ ਗਿਆ। ਉਸ ਦੇ ਤਹਿਤ ਰਿਕਾਰਡ ਤੋੜ ਇਨਵੀਟੇਸ਼ਨ ਇੱਕੋ ਦਿਨ ਦੇ ਵਿੱਚ ਪੀਆਰ ਦੇ ਵਾਸਤੇ ਜਾਰੀ ਕੀਤੇ ਗਏ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਤਰ੍ਹਾਂ ਸਰਕਾਰ ਵੱਲੋਂ ਇਹ ਆਪਣਾ ਟੀਚਾ ਪੂਰਾ ਕੀਤਾ ਜਾਵੇਗਾ। ਕੈਨੇਡਾ ਵੱਲੋਂ ਆਪਣੇ ਨਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਵਿੱਚ ਕਈਆਂ ਦੇ ਸੁਪਨਿਆਂ ਨੂੰ ਪੂਰਾ ਕੀਤਾ ਗਿਆ, ਜਿੱਥੇ ਇੱਕੋ ਵਾਰ ਦੇ ਵਿੱਚ ਰਿਕਾਰਡ ਤੋੜ 27,332 ਪੀਆਰ ਦੇ ਲਈ ਸੱਦੇ ਜਾਰੀ ਕੀਤੇ ਗਏ। ਹੁਣ ਕੈਨੇਡਾ ਦੇ ਵਿੱਚ ਟੈਂਪਰੇਰੀ ਫੋਰਨ ਵਰਕਰਸ ਨੂੰ ਪੱਕੇ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ। ਇਹ ਆਵਾਜ਼ ਚੁੱਕੀ ਗਈ ਹੈ ਸਰੀ ਦੀ ਹੋਪ ਵੈਲਫੇਅਰ ਸੁਸਾਇਟੀ ਵੱਲੋਂ। ਹੋਪ ਵੈਲਫੇਅਰ ਸੁਸਾਇਟੀ ਵੱਲੋਂ ਆਵਾਜ਼ ਚੁੱਕੀ ਜਾ ਰਹੀ ਹੈ ਕਿ ਕੈਨੇਡਾ ਦੇ ਵਿੱਚ ਟੈਂਪਰੇਰੀ ਫੋਰਨ ਵਰਕਰਸ ਨੂੰ ਪੱਕਾ ਕੀਤਾ ਜਾਵੇ। ਉਹਨਾਂ ਵੱਲੋਂ ਇਸ ਦੇ ਲਈ ਪਟੀਸ਼ਨ ਪਾਈ ਗਈ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਵਰਕਰਸ ਦੇ ਵੱਲੋਂ ਕਰੋਨਾ ਵਾਇਰਸ ਦੇ ਦੌਰਾਨ ਵੀ ਕੰਮ ਜਾਰੀ ਰੱਖਿਆ ਗਿਆ, ਜੋ ਕਾਫੀ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਹਨ ਪਰ ਬਹੁਤੀ ਇੰਗਲਿਸ਼ ਨਹੀਂ ਜਾਣਦੇ, ਉਹਨਾਂ ਨੂੰ ਵੀ ਪੱਕਾ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੂੰ ਵੀ ਪੀਆਰ ਜਾਰੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ। ਸਰੀ ਦੀ ਹੋਪ ਵੈਲਫੇਅਰ ਸੁਸਾਇਟੀ ਦੀ ਮੰਗ ਹੈ ਕਿ ਕੈਨੇਡੀਅਨ ਪਾਰਲੀਮੈਂਟ ਵੱਲੋਂ ਪਾਸ ਕੀਤੀ ਗਈ ਹਾਊਸ ਆਫ ਕਾਮਨ ਦੀ ਵੈਬਸਾਈਟ ਤੇ ਪਾਈ ਗਈ ਪਟੀਸ਼ਨ ਨੰਬਰ E2990 ਤੇ ਜਾ ਕੇ ਸਮੂਹ ਪਰਮਨੈਂਟ ਰੈਜ਼ੀਡੈਂਟਸ ਅਤੇ ਸਿਟੀਜ਼ਨ ਸਾਈਨ ਕਰਕੇ ਮਦਦ ਕਰੋ। ਆਪ ਜੀ ਦੇ ਕੀਤੇ ਸਾਈਨ ਕੈਨੇਡੀਅਨ ਸਰਕਾਰ ਦੀਆਂ ਬਣਾਈਆਂ ਕਮੇਟੀਆਂ ਇਸ ਦੀ ਅਗਵਾਈ ਅਨੇਕਾਂ ਹੀ ਮੈਂਬਰ ਆਫ ਪਾਰਲੀਮੈਂਟ ਕਰ ਰਹੇ ਹਨ। ਉਹਨਾਂ ਦੀ ਦਿੱਤੀ ਰਿਪੋਰਟ ਕੱਚਿਆਂ ਨੂੰ ਪੱਕੇ ਕਰਨ ਵਾਸਤੇ ਸਹਾਈ ਹੋਣਗੇ। ਕੈਨੇਡਾ ਦੇ ਇਸ ਵਾਰ ਦੇ ਰਿਕਾਰਡ ਤੋੜ ਐਕਸਪ੍ਰੈਸ ਐਂਟਰੀ ਡਰਾ ਤੋਂ ਬਾਅਦ ਉਹਨਾਂ ਦੇ ਵਿੱਚ ਵੀ ਉਮੀਦ ਜਾਗ ਗਈ ਹੈ। ਜਿਨ੍ਹਾਂ ਵੱਲੋਂ ਫਾਈਲਸ ਨਹੀਂ ਲਗਾਈਆਂ ਗਈਆਂ ਸਨ, ਉਹਨਾਂ ਨੂੰ ਵੀ ਪੀਆਰ ਜਾਰੀ ਹੋ ਸਕਦੀ ਹੈ, ਕਿਉਂਕਿ ਕੱਟ ਪੁਆਇੰਟਸ ਵਾਲਿਆਂ ਨੂੰ ਵੀ ਇਸ ਵਾਰ ਦੇ ਐਕਸਪ੍ਰੈਸ ਐਂਟਰੀ ਡਰਾ ਦੇ ਤਹਿਤ ਸੱਦੇ ਜਾਰੀ ਕੀਤੇ ਗਏ। ਹੋਪ ਵੈਲਫੇਅਰ ਸੁਸਾਇਟੀ ਵੱਲੋਂ ਇਸੇ ਦੇ ਚੱਲਦਿਆਂ ਇੱਕ ਪਟੀਸ਼ਨ ਪਾਈ ਗਈ ਹੈ। ਇਸ ਪਟੀਸ਼ਨ ਨੂੰ ਹਾਊਸ ਆਫ ਕਾਮਨ ਦੇ ਵਿੱਚ ਪਾਸ ਕੀਤਾ ਜਾ ਚੁੱਕਿਆ ਹੈ। ਇਸ ਨੂੰ ਸਰੀ ਸੈਂਟਰ ਦੇ ਮੈਂਬਰ ਪਾਰਲੀਮੈਂਟ ਰਣਦੀਪ ਸਰਾਏ ਵੱਲੋਂ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ। ਇਸ ਪਟੀਸ਼ਨ ਦਾ ਮਕਸਦ ਹੈ ਕਿ ਕੈਨੇਡਾ ਦੇ ਵਿੱਚ ਕੰਮ ਕਰਨ ਵਾਲੇ ਹਾਰਡ ਵਰਕਰਸ ਜਿਹੜੇ ਕਿ ਕੈਟਾਗਰੀ D ਅਤੇ C ਦੇ ਵਿੱਚ ਆਉਂਦੇ ਹਨ, ਇਹ ਫੋਰਨ ਵਰਕਰ ਟੈਕਸ ਵੀ ਭਰਦੇ ਹਨ, ਇਹਨਾਂ ਦਾ ਐਕਸਪੀਰੀਅੰਸ ਵੀ ਬਣਿਆ ਹੋਇਆ ਹੈ। ਇਹਨਾਂ ਵਰਕਰਸ ਨੂੰ ਵੀ ਪੱਕੇ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਐਕਸਪ੍ਰੈਸ ਐਂਟਰੀ ਡਰਾ ਦੇ ਤਹਿਤ ਕੀਤਾ ਗਿਆ। ਦੱਸ ਦਈਏ ਕਿ ਐਕਸਪ੍ਰੈਸ ਐਂਟਰੀ ਫੈਡਰਲ ਸਰਕਾਰ ਦੇ ਅਧੀਨ ਆਉਂਦਾ ਹੈ, ਪਰ ਕੈਟਾਗਰੀ D ਅਤੇ C ਪ੍ਰੋਵਿੰਸ ਦੇ ਹੱਥ ਆਉਂਦੀ ਹੈ। ਹੋਪ ਵੈਲਫੇਅਰ ਸੁਸਾਇਟੀ ਦੀ ਮੰਗ ਹੈ ਕਿ ਇਹਨਾਂ ਕੈਟਾਗਰੀਜ਼ ਨੂੰ ਵੀ ਸਰਕਾਰ ਵੱਲੋਂ ਆਪਣੇ ਹੱਥਾਂ ਦੇ ਵਿੱਚ ਲਿਆ ਜਾਵੇ ਅਤੇ ਹਾਰਡ ਵਰਕਰਸ ਨੂੰ ਵੀ ਇੱਥੇ ਪੱਕਾ ਕੀਤਾ ਜਾਵੇ। ਇੱਥੇ ਦੱਸਣਾ ਬਣਦਾ ਹੈ ਕਿ ਜਿਹੜੇ ਇਸ ਪਟੀਸ਼ਨ ਦੇ ਉੱਪਰ ਸਾਈਨ ਕਰਨਗੇ, ਉਹਨਾਂ ਦੀ ਜਾਣਕਾਰੀ, ਉਹਨਾਂ ਦਾ ਡਾਟਾ ਪੂਰੀ ਤਰ੍ਹਾਂ ਦੇ ਨਾਲ ਸੁਰੱਖਿਅਤ ਹੈ, ਕਿਉਂਕਿ ਇਸ ਪਟੀਸ਼ਨ ਨੂੰ ਲਾਇਰ ਅਤੇ ਸਿਟੀਜ਼ਨ ਹੈਂਡਲ ਕਰ ਰਹੇ ਹਨ ਅਤੇ ਮੈਂਬਰ ਪਾਰਲੀਮੈਂਟ ਵੱਲੋਂ ਇਸ ਨੂੰ ਰਿਪਰੈਜ਼ੈਂਟ ਕੀਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਵੱਲੋਂ ਰਿਫਿਊਜੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਦਰਅਸਲ ਸਰਕਾਰ ਵੱਲੋਂ ਨਵੇਂ ਜੋ ਨਿਯਮ ਐਲਾਨੇ ਗਏ, ਉਸ ਦੇ ਤਹਿਤ ਆਉਣ ਵਾਲੇ ਹਰ ਯਾਤਰੀ ਨੂੰ ਕੈਨੇਡਾ 3 ਦਿਨਾਂ ਦੇ ਲਈ ਹੋਟਲ ਦੇ ਵਿੱਚ ਆਪਣੇ ਖਰਚੇ ਤੇ ਲਾਜ਼ਮੀ ਤੌਰ ਦੇ ਉੱਪਰ ਕੁਆਰੰਟਾਈਨ ਕਰਨਾ ਪਵੇਗਾ। ਦੂਸਰਾ ਨਿਯਮ ਕਿ ਇੱਥੇ ਆਉਣ ਵਾਲਿਆਂ ਨੂੰ ਟੈਸਟ ਔਨ ਅਰਾਈਵਲ ਕਰੋਨਾ ਵਾਇਰਸ ਦਾ ਟੈਸਟ ਕਰਵਾਉਣਾ ਪਵੇਗਾ। ਅਜਿਹੇ ਦੇ ਵਿੱਚ ਜੋ ਖਰਚਾ ਹੋਏਗਾ, ਇਸ ਸਭ ਦਾ ਜੋ ਹੋਟਲ ਦੇ ਵਿੱਚ ਆਪਣੇ ਖਰਚੇ ਦੇ ਉੱਪਰ ਰਹਿਣ ਦਾ, ਚਾਹੇ ਕੁਆਰੰਟਾਈਨ ਸ਼ਾਮਿਲ ਹੈ, ਚਾਹੇ ਕਰੋਨਾ ਦੇ ਟੈਸਟ ਦਾ, ਉਸ ਸਰਕਾਰ ਵੱਲੋਂ ਖਰਚਾ ਰਿਫਿਊਜੀਆਂ ਦਾ ਚੁੱਕਿਆ ਜਾਵੇਗਾ। ਕੈਨੇਡਾ ਸਰਕਾਰ ਵੱਲੋਂ ਨਵੇਂ ਆਉਣ ਵਾਲੇ ਰਿਫਿਊਜੀਜ਼ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਕੈਨੇਡਾ ਆਉਣ ਵਾਲੇ ਨਵੇਂ ਰਿਫਿਊਜੀਜ਼ ਦਾ ਹੋਟਲ ਕੁਆਰੰਟਾਈਨ ਦਾ ਖਰਚਾ ਕੈਨੇਡਾ ਵੱਲੋਂ ਚੁੱਕਿਆ ਜਾਵੇਗਾ। ਨਿਊਲੀ ਅਰਾਈਵਿੰਗ ਰਿਫਿਊਜੀਜ਼ ਦਾ ਮੈਂਡੇਟਰੀ ਹੋਟਲ ਕੁਆਰੰਟਾਈਨ ਦਾ ਖਰਚਾ ਵੀ ਫੈਡਰਲ ਸਰਕਾਰ ਕਵਰ ਕਰੇਗੀ। ਇੰਨਾ ਹੀ ਨਹੀਂ, ਕੈਨੇਡਾ ਆਉਣ ਦੇ ਉੱਪਰ ਕਰੋਨਾ ਟੈਸਟ ਦਾ ਖਰਚਾ ਵੀ ਫੈਡਰਲ ਸਰਕਾਰ ਵੱਲੋਂ ਹੀ ਭਰਿਆ ਜਾਵੇਗਾ। ਕੈਨੇਡਾ ਸਰਕਾਰ ਵੱਲੋਂ ਕੋਵਿਡ-19 ਦੇ ਮਾਮਲਿਆਂ ਦੇ ਉੱਪਰ ਕੰਟਰੋਲ ਕਰਨ ਦੇ ਲਈ ਕਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਇਸੇ ਦੇ ਵਿੱਚ ਨਵਾਂ ਨਿਯਮ ਜੋੜਿਆ ਗਿਆ ਕਿ ਕੈਨੇਡਾ ਆਉਣ ਵਾਲੇ ਹਰ ਯਾਤਰੀ ਨੂੰ ਕਰੋਨਾ ਟੈਸਟ ਕਰਵਾਉਣਾ ਪਵੇਗਾ, ਆਪਣੀ ਕੋਵਿਡ-19 ਨੈਗੇਟਿਵ ਟੈਸਟ ਰਿਪੋਰਟ ਦਿਖਾਉਣੀ ਪਵੇਗੀ। ਇਸ ਦੇ ਨਾਲ ਹੀ ਹੋਟਲ ਦੇ ਵਿੱਚ 3 ਦਿਨ ਦੇ ਲਈ ਆਪਣੇ ਖਰਚੇ ਦੇ ਉੱਪਰ ਲਾਜ਼ਮੀ ਕੁਆਰੰਟਾਈਨ ਕਰਨਾ ਪਵੇਗਾ। ਉਸ ਤੋਂ ਬਾਅਦ ਜੇਕਰ ਤੁਹਾਡੀ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਸਰਕਾਰੀ ਜਗ੍ਹਾ ਦੇ ਉੱਪਰ ਤੁਹਾਨੂੰ ਇਕਾਂਤਵਾਸ ਕੀਤਾ ਜਾਵੇਗਾ। ਜੇਕਰ ਕਰੋਨਾ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਫਿਰ ਘਰ ਦੇ ਵਿੱਚ ਹੀ ਤੁਹਾਨੂੰ 14 ਦਿਨਾਂ ਦੇ ਲਈ ਕੁਆਰੰਟਾਈਨ ਕਰਨਾ ਪਵੇਗਾ। February 15th, 2021, all non-essential travelers arriving to Canada by land
will be required to provide proof of a negative COVID-19 molecular test result taken in the United States within 72 hours of pre-arrival. Essential workers, such as truckers and emergency service providers, as well as cross-border communities, will be exempt from this requirement, and the government will continue to assess exemptions on a case-by-case basis. In addition, as of February 22nd, 2021, travelers entering Canada at the land border will be required to take a COVID-19 molecular test on arrival, as well as toward the end of their 14-day quarantine. Minister Blair will have more details on this in a few moments. For travelers arriving to Canada by air, as of February 22nd, 2021, all air non-essential travelers will be required to take a COVID-19 molecular test when they arrive in Canada before exiting the airport, and another toward the end of their 14-day quarantine period. Air travelers will also be required to reserve, prior to departure to Canada, a 3-night stay in a government-authorized hotel. Travelers will be required to stay at their reserved hotel for up to 3 nights at their own cost while they await the results of their arrival test. Hotel booking information will be available online as of February 18th, 2021. Travelers will need to book a hotel in the city in which they first arrive in Canada. If they receive a negative result on their arrival test, they will be able to take a connecting flight to their final destination. ਮੰਗਲ ਗ੍ਰਹਿ ਦੇ ਉੱਪਰ ਨਾਸਾ ਵੱਲੋਂ ਜੋ ਰੋਵਰ ਭੇਜਿਆ ਗਿਆ ਉਸ ਦੀ ਉੱਥੇ ਸਫਲਤਾਪੂਰਵਕ ਲੈਂਡਿੰਗ ਹੋ ਗਈ ਹੈ। 6 ਮਹੀਨਿਆਂ ਦਾ ਧਰਤੀ ਤੋਂ ਸਫ਼ਰ ਕਰਦਾ ਹੋਇਆ ਇਹ ਰੋਵਰ ਮੰਗਲ ਗ੍ਰਹਿ ਦੇ ਉੱਪਰ ਪਹੁੰਚ ਗਿਆ ਹੈ। ਇਸ ਦਾ ਮਕਸਦ ਹੈ ਇੱਥੇ ਇਹ ਪਤਾ ਕਰਨਾ ਕਿ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ਦੇ ਉੱਪਰ ਜੀਵਨ ਹੈ ਜਾਂ ਫਿਰ ਨਹੀਂ। ਇੱਥੋਂ ਉਹ ਸੈਂਪਲ ਲੈ ਕੇ ਆਵੇਗਾ। ਪਰਸੀਵੀਅਰੈਂਸ ਰੋਵਰ ਦੀ ਸਫਲਤਾਪੂਰਵਕ ਮਾਰਸ ਦੇ ਉੱਪਰ ਲੈਂਡਿੰਗ ਹੋ ਗਈ ਹੈ। ਇਹ ਲੈਂਡਿੰਗ 292.5 ਮਿਲੀਅਨ ਮਾਈਲਸ ਦੀ ਧਰਤੀ ਤੋਂ ਯਾਤਰਾ ਤੋਂ ਬਾਅਦ ਹੋਈ ਹੈ। ਇਸ ਦੀ ਪੁਸ਼ਟੀ ਏਜੰਸੀ ਵੱਲੋਂ ਖੁਦ ਕੀਤੀ ਗਈ ਹੈ। ਧਰਤੀ ਤੋਂ 6 ਮਹੀਨੇ ਪਹਿਲਾਂ ਪਰਸੀਵੀਅਰੈਂਸ ਰੋਵਰ ਚੱਲਿਆ ਸੀ। ਇਸ ਦਾ ਮਕਸਦ ਮੰਗਲ ਗ੍ਰਹਿ ਦੇ ਉੱਪਰ ਜੀਵਨ ਦੀ ਸੰਭਾਵਨਾ ਨੂੰ ਲੱਭਣਾ ਹੈ। ਲਾਲ ਗ੍ਰਹਿ ਤੋਂ ਇਹ ਚੱਟਾਨਾਂ ਦੇ ਸੈਂਪਲ ਲੈ ਕੇ ਆਵੇਗਾ। ਇਸ 2.7 ਅਰਬ ਡਾਲਰ ਦੇ ਮਿਸ਼ਨ ਦਾ ਮਕਸਦ ਇਸ ਗੱਲ ਦੇ ਸਬੂਤ ਇਕੱਠੇ ਕਰਨਾ ਹੈ ਕਿ ਕਰੀਬ 3 ਅਰਬ ਸਾਲ ਪਹਿਲਾਂ ਸ਼ਾਇਦ ਮੰਗਲ ਦੇ ਉੱਪਰ ਜੀਵਨ ਹੋਵੇ। ਦੱਸੀਏ ਕਿ ਇਸ ਤੋਂ ਪਹਿਲਾਂ ਨਾਸਾ 4 ਮੋਬਾਈਲ ਸਾਇੰਸ ਵਹੀਕਲ ਮੰਗਲ ਦੇ ਉੱਪਰ ਭੇਜ ਚੁੱਕਿਆ ਹੈ, ਪਰ ਪਰਸੀਵੀਅਰੈਂਸ ਜ਼ਿਆਦਾ ਵੱਡਾ ਅਤੇ ਸਮਰੱਥ ਹੈ। ਇਸ ਨੂੰ ਇਸ ਤਰੀਕੇ ਦੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਜਾਣੀ ਕਿ ਇਹ ਸਮਰੱਥ ਹੈ ਕਿ ਉੱਥੋਂ ਸੈਂਪਲ ਚਟਾਨਾਂ ਦੇ ਲੈ ਕੇ ਆ ਸਕਦਾ ਹੈ। ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਹੋਰ ਗ੍ਰਹਿ ਤੋਂ ਨਮੂਨੇ ਜਾਣੀ ਕਿ ਸੈਂਪਲ ਇਕੱਠੇ ਕੀਤੇ ਜਾਣਗੇ। ਜੇਕਰ ਇਸ ਮਿਸ਼ਨ ਨੂੰ ਸਫਲਤਾ ਮਿਲਦੀ ਹੈ ਤਾਂ ਫਿਰ ਇਹ ਪਤਾ ਚੱਲ ਜਾਵੇਗਾ ਕਿ ਧਰਤੀ ਤੋਂ ਇਲਾਵਾ ਦੂਸਰੇ ਕਿਸੇ ਪਲੈਨਟ ਦੇ ਉੱਪਰ ਵੀ ਜੀਵਨ ਸੀ ਜਾਂ ਫਿਰ ਨਹੀਂ। ਇਸ ਦੇ ਵਿੱਚ ਇੱਕ ਬਹੁਤ ਛੋਟਾ ਹੈਲੀਕਾਪਟਰ ਸ਼ਾਮਿਲ ਹੈ ਜਿਸ ਨੂੰ ਦੂਸਰੇ ਗ੍ਰਹਿ ਤੇ ਕੰਟਰੋਲ ਫਲਾਈਟ ਪਰੀਖਣ ਦੇ ਲਈ ਬਣਾਇਆ ਗਿਆ ਹੈ। ਇਸ ਵਿੱਚ ਅਜਿਹਾ ਇਕਵਿਪਮੈਂਟ ਵੀ ਲੱਗਿਆ ਹੋਇਆ ਹੈ ਜੋ ਕਿ ਇਸ ਗ੍ਰਹਿ ਦੇ ਵਾਤਾਵਰਣ ਦੇ ਵਿੱਚ ਮੌਜੂਦ ਕਾਰਬਨ ਡਾਈਆਕਸਾਈਡ ਨੂੰ ਸ਼ੁੱਧ ਆਕਸੀਜਨ ਦੇ ਵਿੱਚ ਤਬਦੀਲ ਕਰ ਸਕਦਾ ਹੈ। ਅਮਰੀਕਾ ਦੀ 90 ਸਾਲ ਦੀ ਔਰਤ ਨੇ ਕੁਝ ਅਜਿਹਾ ਕਰਕੇ ਦਿਖਾਇਆ ਜਿਸ ਦੀ ਮਿਸਾਲ ਹਰ ਪਾਸੇ ਕਾਇਮ ਹੋ ਗਈ ਹੈ। ਦਰਅਸਲ ਇਸ ਔਰਤ ਵੱਲੋਂ ਕੋਰੋਨਾ ਟੀਕਾ ਲਗਵਾਉਣ ਵਾਸਤੇ ਅਪਾਇੰਟਮੈਂਟ ਲਈ ਗਈ, ਪਰ ਇੱਥੇ ਬਰਫੀਲੇ ਤੂਫਾਨ ਦੇ ਕਰਕੇ ਜਿੱਥੇ ਜਨਜੀਵਨ ਪ੍ਰਭਾਵਿਤ ਹੋਇਆ ਹੈ ਉਸ ਦੇ ਲਈ ਔਖ ਇਸ ਔਰਤ ਨੂੰ ਵੀ ਆ ਰਹੀ ਸੀ ਆਪਣੇ ਕੋਵਿਡ-19 ਵੈਕਸੀਨ ਦੀ ਪਹਿਲੀ ਸ਼ਾਟ ਲੈਣ ਦੇ ਵਾਸਤੇ। ਪਰ ਇਸ ਔਰਤ ਨੇ ਹੌਸਲਾ ਕਾਇਮ ਰੱਖਦਿਆਂ 6 ਮੀਲ ਦਾ ਸਫ਼ਰ ਇਸ ਬਰਫੀਲੇ ਤੂਫਾਨ ਦੇ ਵਿੱਚ ਤੈਅ ਕੀਤਾ ਅਤੇ ਕੋਰੋਨਾ ਟੀਕਾ ਲਗਵਾਇਆ। ਕਹਿੰਦੇ ਨੇ ਜਦੋਂ ਇਨਸਾਨ ਦੇ ਵਿੱਚ ਜਜ਼ਬਾ ਹੋਵੇ, ਕੁਝ ਕਰਕੇ ਦਿਖਾਉਣ ਦੀ ਚਾਹਤ ਹੋਵੇ ਤਾਂ ਫਿਰ ਉਮਰ ਮਾਇਨੇ ਨਹੀਂ ਰੱਖਦੀ। ਅਜਿਹੀ ਮਿਸਾਲ ਕਾਇਮ ਕੀਤੀ ਹੈ ਅਮਰੀਕਾ ਦੇ ਵਿੱਚ ਰਹਿੰਦੀ 90 ਸਾਲਾ ਔਰਤ ਨੇ, ਜਿਸ ਨੇ ਕੋਰੋਨਾ ਵੈਕਸੀਨੇਸ਼ਨ ਦੇ ਲਈ ਪੈਦਲ ਤੈਅ ਕੀਤਾ ਰਸਤਾ, ਉਹ ਵੀ 6 ਮੀਲ ਦਾ। ਇਹ ਔਰਤ ਸਿਆਟਲ ਦੇ ਨਾਲ ਸੰਬੰਧ ਰੱਖਦੀ ਹੈ। ਅਮਰੀਕਾ ਦੇ ਵਿੱਚ ਇਸ ਸਮੇਂ ਜੋ ਮੌਸਮ ਹੈ ਉਸ ਦੇ ਨਾਲ ਸਾਰੇ ਜਾਣੂ ਨੇ। ਖਰਾਬ ਮੌਸਮ, ਜ਼ਿਆਦਾ ਬਰਫ਼ਬਾਰੀ ਦੇ ਨਾਲ ਜਨਜੀਵਨ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਹੋਇਆ ਹੈ। ਪਰ ਇਹ ਬਰਫੀਲੇ ਰਸਤੇ ਵੀ ਇਸ ਔਰਤ ਨੂੰ ਟੀਕਾ ਲਗਵਾਉਣ ਤੋਂ ਜਾਣੀ ਕਿ ਕੋਵਿਡ-19 ਦਾ ਵੈਕਸੀਨ ਲਗਵਾਉਣ ਤੋਂ ਨਹੀਂ ਰੋਕ ਸਕੇ। ਇਸ ਔਰਤ ਦਾ ਨਾਮ ਫਰੇਨ ਹੈ, ਜਿਸ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈਣ ਦੇ ਵਾਸਤੇ ਤਕਰੀਬਨ 6 ਮੀਲ ਦਾ ਬਰਫੀਲਾ ਰਸਤਾ ਤੈਅ ਕੀਤਾ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਇਸ ਔਰਤ ਦਾ ਵੈਕਸੀਨ ਲਗਵਾਉਣ ਦੇ ਲਈ ਨੰਬਰ ਆਇਆ। ਜੇ ਨੰਬਰ ਆਇਆ ਹੀ ਉਸ ਤੋਂ ਬਾਅਦ ਸਰਦੀਆਂ ਦੇ ਤੂਫਾਨ ਨੇ ਇਸ ਖੇਤਰ ਨੂੰ ਬਰਫ਼ ਦੇ ਨਾਲ ਭਰ ਦਿੱਤਾ। ਇਸ ਦੇ ਬਾਵਜੂਦ ਵੀ ਇਸ ਔਰਤ ਨੇ ਵੈਕਸੀਨੇਸ਼ਨ ਕੇਂਦਰ ਵਿੱਚ ਪਹੁੰਚਣ ਦੇ ਲਈ ਬਰਫ਼ ਦੇ ਬੂਟਾਂ ਸਮੇਤ ਆਪਣੀ ਤੁਰਨ ਵਾਲੀਆਂ ਲਾਠੀਆਂ ਲੈ ਕੇ ਬਰਫੀਲੇ ਰਸਤੇ ਤੇ ਆਪਣੇ ਕਦਮ ਪੁੱਟੇ।
ਇਹ ਔਰਤ ਆਪਣੀ ਮੰਜ਼ਿਲ ਤੇ ਜਾਣੀ ਕਿ ਟੀਕਾਕਰਨ ਕੇਂਦਰ ਦੇ ਵਿੱਚ 5 ਮਿੰਟ ਦੇਰੀ ਦੇ ਨਾਲ ਪਹੁੰਚੀ। ਦੱਸੀਏ ਕਿ ਅਮਰੀਕਾ ਦੇ ਵਿੱਚ ਵੈਕਸੀਨੇਸ਼ਨ ਨੂੰ ਤੇਜ਼ ਕਰਨ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਐਲਾਨ ਕੀਤਾ ਗਿਆ ਹੈ ਕਿ ਇੱਥੇ ਕੋਰੋਨਾ ਦੇ ਹਾਲਾਤਾਂ ਨੂੰ ਕਾਬੂ ਕਰਨ ਦੇ ਵਿੱਚ ਟੀਕਾਕਰਨ ਨੂੰ ਤੇਜ਼ ਕੀਤਾ ਜਾਵੇਗਾ। ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਇਸ ਵੈਕਸੀਨ ਨੂੰ ਲਗਵਾਉਣ, ਜਾਣੀ ਕਿ ਕੋਰੋਨਾ ਦੇ ਟੀਕੇ ਨੂੰ। ਵੱਖ-ਵੱਖ ਦੇਸ਼ਾਂ ਦੇ ਵਾਂਗ ਅਮਰੀਕਾ ਦੇ ਵਿੱਚ ਵੀ ਵੈਕਸੀਨੇਸ਼ਨ ਚੱਲ ਰਹੀ ਹੈ, ਪਰ ਅਮਰੀਕਾ ਦੇ ਕੁਝ ਹਿੱਸਿਆਂ ਦੇ ਵਿੱਚ ਭਾਰੀ ਬਰਫ਼ਬਾਰੀ ਦੇ ਕਰਕੇ ਕਈ ਚੀਜ਼ਾਂ ਪ੍ਰਭਾਵਿਤ ਹੋਈਆਂ ਹਨ। ਅਜਿਹੇ 'ਚ ਜੇਕਰ ਟੈਕਸਸ ਦੀ ਗੱਲ ਕਰੀਏ ਤਾਂ ਇੱਥੇ ਸੈਨਾ ਦੀ ਸਹਾਇਤਾ ਲਈ ਜਾਏਗੀ ਤਾਂ ਕਿ ਇੱਥੇ ਜੋ ਕੋਰੋਨਾ ਵਾਇਰਸ ਹੈ ਉਸ ਦੇ ਟੀਕਿਆਂ ਨੂੰ ਪਹੁੰਚਾਇਆ ਜਾਵੇ। ਟੈਕਸਸ ਦੇ ਵਿੱਚ ਖਰਾਬ ਬਰਫੀਲੇ ਮੌਸਮ ਦੇ ਚੱਲਦਿਆਂ ਸਟੇਟ ਆਫ ਐਮਰਜੈਂਸੀ ਦਾ ਐਲਾਨ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਕੀਤਾ ਗਿਆ। ਹੁਣ ਟੈਕਸਸ ਦੇ ਵਿੱਚ ਇਸ ਮੌਸਮ ਦੇ ਮੱਦੇਨਜ਼ਰ ਵੈਕਸੀਨੇਸ਼ਨ ਜਾਣੀ ਕਿ ਟੀਕੇ ਪਹੁੰਚਾਉਣ ਦਾ ਕੰਮ ਸੈਨਾ ਦੇ ਜਵਾਨ ਕਰਨਗੇ। ਅਮਰੀਕਾ ਦੇ ਵਿੱਚ ਇਸ ਸਮੇਂ ਸੈਨਾ ਦੇ ਜਵਾਨ ਵੈਕਸੀਨੇਸ਼ਨ ਪ੍ਰੋਸੈਸ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਜਿਨ੍ਹਾਂ ਵੱਲੋਂ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਤੇ ਸੂਬਿਆਂ ਦੇ ਵਿੱਚ ਟੀਕਾ ਪਹੁੰਚਾਇਆ ਜਾ ਰਿਹਾ ਹੈ। ਦੱਸੀਏ ਕਿ ਇਹਨਾਂ ਸੈਨਿਕਾਂ ਦੇ ਸਹਿਯੋਗ ਦੇ ਨਾਲ ਹੀ ਵੈਕਸੀਨੇਸ਼ਨ ਸੈਂਟਰਸ ਦੇ ਵਿੱਚ ਕੋਰੋਨਾ ਟੀਕੇ ਦੀ ਵੰਡ ਅਤੇ ਹੋਰਾਂ ਕੰਮਾਂ ਦੇ ਵਿੱਚ ਸਹਾਇਤਾ ਪ੍ਰਾਪਤ ਹੁੰਦੀ ਹੈ। ਅਮਰੀਕਾ ਦੇ ਵਿੱਚ ਇਸ ਸਮੇਂ ਖਰਾਬ ਮੌਸਮ ਦੇ ਚੱਲਦਿਆਂ ਜਾਣੀ ਕਿ ਬਰਫੀਲੇ ਤੂਫਾਨ ਦੇ ਚੱਲਦਿਆਂ ਜਨਜੀਵਨ ਪ੍ਰਭਾਵਿਤ ਹੈ। ਟੈਕਸਸ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਟੈਕਸਸ ਦੇ ਵਿੱਚ ਹੁਣ ਸੈਨਿਕਾਂ ਦੀ ਜਾਣੀ ਕਿ ਸੈਨਾ ਦੇ ਜਵਾਨਾਂ ਦੀ ਮਦਦ ਲਈ ਜਾਏਗੀ ਇੱਥੇ ਟੀਕਾ ਪਹੁੰਚਾਉਣ ਦੇ ਵਿੱਚ। ਬਰਫ਼ਬਾਰੀ ਦੇ ਕਰਕੇ ਹਿਊਸਟਨ ਦੇ ਇੱਕ ਟੀਕਾਕਰਨ ਕੇਂਦਰ ਜਾਣੀ ਕਿ ਵੈਕਸੀਨੇਸ਼ਨ ਸੈਂਟਰ ਦੇ ਵਿੱਚ ਬਿਜਲੀ ਬੰਦ ਹੋਣ ਦੇ ਕਰਕੇ 8000 ਤੋਂ ਵੱਧ ਕੋਵਿਡ-19 ਟੀਕੇ ਦੀਆਂ ਡੋਜ਼ਸ ਬਰਬਾਦ ਹੋ ਗਈਆਂ। ਸੈਨਾ ਦੀ ਮਦਦ ਤਾਂ ਲਈ ਜਾਏਗੀ ਪਰ ਅਜੇ ਤਾਇਨਾਤ ਕਰਨ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ। ਅਗਲੇ ਹਫ਼ਤੇ 에ਅਰਫੋਰਸ ਹਿਊਸਟਨ ਆਪਣੀਆਂ ਟੀਮਾਂ ਭੇਜੇਗਾ ਅਤੇ ਆਰਮੀ ਦੇ ਨਾਲ ਮਰੀਨ ਕੋਰ ਦੀ ਟੀਮ ਡੈਲਾਸ ਦੀ ਯਾਤਰਾ ਕਰੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਸਾਰੀਆਂ ਸਾਈਟਾਂ ਜੋ ਬੰਦ ਹਨ 24 ਫਰਵਰੀ ਤੱਕ ਚਾਲੂ ਹੋ ਜਾਣਗੀਆਂ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਇੱਥੋਂ ਦੇ ਸੂਬੇ ਦੇ ਵਿੱਚ ਗੋਲੀਬਾਰੀ ਹੋਈ ਹੈ। ਇਸ ਗੋਲੀਬਾਰੀ ਦੇ ਦੌਰਾਨ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇੱਕ ਦੀ ਹਾਲਤ ਇਸ ਸਮੇਂ ਗੰਭੀਰ ਹੈ, ਬਾਕੀਆਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਜਿੱਥੇ ਇੱਥੋਂ ਦੇ ਸੂਬੇ ਦੇ ਵਿੱਚ ਗੋਲੀਬਾਰੀ ਹੋਈ ਹੈ, ਜਿਸ ਦੌਰਾਨ 8 ਜ਼ਖਮੀ ਦੱਸੇ ਜਾ ਰਹੇ ਹਨ। ਇਹ ਮਾਮਲਾ ਉੱਤਰੀ ਫਿਲਾਡੈਲਫੀਆ ਤੋਂ ਸਾਹਮਣੇ ਆਇਆ ਜਿੱਥੇ ਇੱਕ ਟ੍ਰਾਂਜ਼ਿਟ ਸਟੇਸ਼ਨ ਦੇ ਨੇੜੇ ਗੋਲੀਬਾਰੀ ਹੋਈ ਹੈ। ਇਸ ਦੇ ਵਿੱਚ 8 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਇਸ ਮਾਮਲੇ ਦੇ ਬਾਰੇ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੁਲਿਸ ਨੇ ਇਨਫੋਰਮੇਸ਼ਨ ਦਿੰਦੇ ਦੱਸਿਆ ਕਿ ਗੋਲੀਬਾਰੀ ਦੀ ਇੱਕ ਘਟਨਾ ਉਲਨੀ ਦੇ ਉੱਤਰੀ ਪੂਰਬੀ ਪੈਂਸਿਲਵੇਨੀਆ ਪਰਿਵਾਹਨ ਅਥਾਰਟੀ ਸਟੇਸ਼ਨ ਦੇ ਨੇੜੇ ਦੁਪਹਿਰ ਨੂੰ ਵਾਪਰੀ। ਇਸ ਘਟਨਾ ਦੇ ਵਿੱਚ 8 ਜਾਣੇ ਜ਼ਖਮੀ ਹੋਏ ਹਨ। ਇਹਨਾਂ ਵਿੱਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ। ਇਸ ਵਿਅਕਤੀ ਦੀ ਉਮਰ 71 ਸਾਲ ਦੱਸੀ ਗਈ ਹੈ। ਉਸ ਦੇ ਢਿੱਡ ਦੇ ਵਿੱਚ ਇੱਕ ਅਤੇ ਪੈਰ ਦੇ ਵਿੱਚ ਕਈ ਗੋਲੀਆਂ ਲੱਗੀਆਂ ਹਨ। ਇਹ ਵੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਇਹਨਾਂ ਤੋਂ ਇਲਾਵਾ ਹੋਰਨਾਂ ਲੋਕਾਂ ਨੂੰ ਵੀ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ, ਜਾਣੀ ਕਿ ਸਥਿਰ ਦੱਸੀ ਗਈ ਹੈ। ਉਧਰ ਹੀ ਪੁਲਿਸ ਵੱਲੋਂ ਦੱਸਿਆ ਗਿਆ ਕਿ 2 ਹਥਿਆਰ ਵੀ ਬਰਾਮਦ ਕੀਤੇ ਗਏ ਹਨ ਅਤੇ ਇੱਕ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਹੋਰ ਮਾਮਲੇ ਦੇ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ, ਪਰ ਇੰਨੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕਰ ਦਿੱਤੀ ਗਈ ਹੈ। ਕੈਨੇਡਾ ਦੇ ਓਨਟਾਰੀਓ ਸੂਬੇ ਦੇ ਵਿੱਚ ਨਿਯਮ ਲਾਗੂ ਕੀਤਾ ਗਿਆ ਕਿ ਇੱਥੇ ਆਉਣ ਵਾਲੇ ਹਰ ਯਾਤਰੀ ਨੂੰ 에ਅਰਪੋਰਟ ਦੇ ਉੱਪਰ ਆਪਣਾ ਟੈਸਟ ਔਨ ਅਰਾਈਵਲ ਕਰਵਾਉਣਾ ਪਵੇਗਾ, ਜਾਣੀ ਕਿ ਕੋਰੋਨਾ ਦਾ ਟੈਸਟ ਕਰਵਾਉਣਾ ਪਵੇਗਾ। ਪਰ ਅਜਿਹੇ 'ਚ ਬਹੁਤ ਸਾਰੇ ਲੋਕ ਦੇਖੇ ਗਏ ਜਿਨ੍ਹਾਂ ਨੇ ਇਸ ਨਿਯਮ ਦੀ ਉਲੰਘਣਾ ਕੀਤੀ ਹੈ। ਇਸ ਦੇ ਚੱਲਦਿਆਂ ਉਸ ਨੂੰ ਯਾਨੀ ਉਹਨਾਂ ਲੋਕਾਂ ਨੂੰ ਭਾਰੀ ਜੁਰਮਾਨਾ ਲਗਾਇਆ ਜਾ ਰਿਹਾ ਹੈ ਤੇ ਟਿਕਟਸ ਵੰਡੀਆਂ ਜਾ ਰਹੀਆਂ ਨੇ। ਕੈਨੇਡਾ ਆਉਣ ਵਾਲੇ ਯਾਤਰੀਆਂ ਦੇ ਲਈ ਕੈਨੇਡਾ ਵੱਲੋਂ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਹੈ। ਇਹਨਾਂ ਵਿੱਚੋਂ ਇੱਕ ਨਿਯਮ ਹੈ ਕੈਨੇਡਾ ਆਉਣ ਦੇ ਉੱਪਰ ਕੋਵਿਡ ਟੈਸਟ ਕਰਵਾਉਣ ਦਾ। ਪਰ ਜਿਨ੍ਹਾਂ ਲੋਕਾਂ ਨੇ ਕੈਨੇਡਾ ਦੇ ਵਿੱਚ ਆ ਕੇ ਕੋਰੋਨਾ ਦਾ ਟੈਸਟ ਕਰਵਾਉਣ ਤੋਂ ਨਾ ਕਰ ਦਿੱਤੀ, ਉਹਨਾਂ ਨੂੰ ਜੁਰਮਾਨੇ ਲਗਾਏ ਜਾ ਰਹੇ ਹਨ। ਮਾਮਲਾ ਕੈਨੇਡਾ ਦੇ ਮਿਸੀਸਾਗਾ ਦੇ ਇੰਟਰਨੈਸ਼ਨਲ ਪੀਅਰਸਨ 에ਅਰਪੋਰਟ ਤੋਂ ਆਇਆ, ਜਿੱਥੇ ਅੰਤਰਰਾਸ਼ਟਰੀ ਯਾਤਰਾ ਵੱਲੋਂ ਪਹੁੰਚਣ ਤੋਂ ਬਾਅਦ ਕੋਵਿਡ ਟੈਸਟ ਨਾ ਕਰਵਾਉਣ ਦੇ ਦੋਸ਼ ਦੇ ਹੇਠ ਹੁਣ ਤੱਕ ਉਹਨਾਂ ਨੂੰ 31 ਟਿਕਟਸ ਦੇ ਦਿੱਤੀਆਂ ਗਈਆਂ ਨੇ। ਇਹ ਜੋ ਟਿਕਟਾਂ ਜਾਰੀ ਕੀਤੀਆਂ ਗਈਆਂ ਹਨ, ਇਹਨਾਂ ਦੇ ਵਿੱਚੋਂ 18 ਟਿਕਟਾਂ ਇਸ 에ਅਰਪੋਰਟ ਦੇ ਡਗਫੋਰਡ ਸਰਕਾਰ ਵੱਲੋਂ ਕੋਵਿਡ ਟੈਸਟ ਲਾਜ਼ਮੀ ਕਰਨ ਦੇ ਪਹਿਲੇ ਹਫ਼ਤੇ ਫਰਵਰੀ 1 ਤੋਂ ਫਰਵਰੀ 7 ਦੇ ਵਿਚਕਾਰ ਅਤੇ ਬਾਕੀ 13 ਟਿਕਟਸ ਉਸ ਤੋਂ ਬਾਅਦ ਦੇ ਵਿੱਚ ਦਿੱਤੀਆਂ ਗਈਆਂ ਹਨ। ਕੋਵਿਡ ਟੈਸਟ ਨਾ ਕਰਵਾਉਣ ਦੇ ਉੱਤੇ $750 ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਦੱਸੀਏ ਕਿ ਓਨਟਾਰੀਓ ਦੇ ਵਿੱਚ ਪ੍ਰੀਮੀਅਰ ਡਗਫੋਰਡ ਦੀ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੋ ਵੀ ਇੱਥੇ ਅੰਤਰਰਾਸ਼ਟਰੀ ਯਾਤਰੀ ਆਉਣਗੇ, ਉਹਨਾਂ ਨੂੰ ਆਉਣ ਦੇ ਉੱਪਰ 에ਅਰਪੋਰਟ ਦੇ ਉੱਪਰ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ।
ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਇਸ ਨਿਯਮ ਦੀ ਪਾਲਣਾ ਕੀਤੀ ਜਾਵੇ। ਪਰ ਜਿਨ੍ਹਾਂ ਲੋਕਾਂ ਨੇ ਇਸ ਨਿਯਮ ਦਾ ਉਲੰਘਣ ਕੀਤਾ, ਜਾਣੀ ਕਿ ਇਸ ਦੀ ਪਾਲਣਾ ਕਰਨ ਤੋਂ ਮਨਾ ਕਰ ਦਿੱਤਾ, ਇਸ ਦਾ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈ, ਕਿਉਂਕਿ ਉਹਨਾਂ ਲੋਕਾਂ ਨੂੰ ਟਿਕਟਸ ਜਾਰੀ ਕੀਤੀਆਂ ਜਾ ਰਹੀਆਂ ਹਨ। ਅਮਰੀਕਾ ਤੋਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਅਪਡੇਟ ਸਾਹਮਣੇ ਆਈ ਹੈ। H1B ਵੀਜ਼ਾ ਦੇ ਨਾਲ ਸੰਬੰਧਿਤ ਐਪਲੀਕੇਸ਼ਨਸ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅਜਿਹੇ ਦੇ ਵਿੱਚ ਜੋ ਟਰੰਪ ਪ੍ਰਸ਼ਾਸਨ ਵੱਲੋਂ ਸਖਤੀ ਕੀਤੀ ਗਈ ਸੀ, ਇਸ ਵੀਜ਼ਾ ਦੇ ਨਾਲ ਸੰਬੰਧਿਤ ਲਾਟਰੀ ਸਿਸਟਮ ਨੂੰ ਬੰਦ ਕੀਤਾ ਗਿਆ ਸੀ। ਬਾਈਡਨ ਪ੍ਰਸ਼ਾਸਨ ਵੱਲੋਂ ਕਈ ਜੋ ਫੈਸਲੇ ਟਰੰਪ ਦੇ ਸਨ ਉਹਨਾਂ ਨੂੰ ਬਦਲਿਆ ਗਿਆ ਤੇ ਲਾਟਰੀ ਸਿਸਟਮ ਦੀ ਵੀ ਹੁਣ ਮੁੜ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ। ਅਮਰੀਕਾ ਤੋਂ H1B ਵੀਜ਼ੇ ਦੇ ਸੰਬੰਧੀ ਇੱਕ ਅਪਡੇਟ ਸਾਹਮਣੇ ਆਈ ਹੈ। ਇਸ ਸਾਲ ਦੇ ਲਈ ਹੋਣ ਵਾਲੇ H1B ਵੀਜ਼ਾ ਦੇ ਲਈ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਇਸ ਦੇ ਲਈ ਲੋੜੀਂਦੀ ਗਿਣਤੀ ਦੇ ਵਿੱਚ ਐਪਲੀਕੇਸ਼ਨਸ ਮਿਲ ਰਹੀਆਂ ਹਨ। ਭਾਰਤੀ IT ਪੇਸ਼ੇਵਰਾਂ ਦੇ ਵਿੱਚ, ਜਾਣੀ ਕਿ ਜੋ ਭਾਰਤੀ IT ਪ੍ਰੋਫੈਸ਼ਨ ਦੇ ਨਾਲ ਸੰਬੰਧਿਤ ਹਨ, ਉਹਨਾਂ ਦੇ ਵਾਸਤੇ ਇਹ ਵੀਜ਼ਾ ਖਾਸ ਤੌਰ ਦੇ ਉੱਪਰ ਹੈ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਡਿਪਾਰਟਮੈਂਟ ਦੇ ਅਨੁਸਾਰ ਹੁਣ ਤੱਕ ਉਹਨਾਂ ਨੂੰ 20,000 ਦੇ ਬਰਾਬਰ ਐਪਲੀਕੇਸ਼ਨਸ ਮਿਲ ਚੁੱਕੀਆਂ ਹਨ। ਸਾਲ 2021 ਦੇ ਲਈ ਸਕਸੈਸਫੁਲ ਐਪਲੀਕੈਂਟਸ ਦਾ ਫੈਸਲਾ ਲਾਟਰੀ ਸਿਸਟਮ ਦੇ ਨਾਲ ਕੀਤਾ ਜਾਵੇਗਾ। ਕੰਪਿਊਟਰ ਦੇ ਰਾਹੀਂ ਡਰਾਅ ਕੱਢਿਆ ਜਾਵੇਗਾ। H1B ਵੀਜ਼ਾ ਭਾਰਤੀਆਂ ਸਮੇਤ ਵਿਦੇਸ਼ੀ ਪ੍ਰੋਫੈਸ਼ਨਲਸ ਦੇ ਵਿੱਚ ਕਾਫੀ ਲੋਕਪ੍ਰਿਯ ਹੈ। ਇਸ ਵੀਜ਼ੇ ਦੇ ਆਧਾਰ ਦੇ ਉੱਪਰ ਅਮਰੀਕੀ ਕੰਪਨੀਆਂ ਹਾਈਲੀ ਸਕਿਲਡ ਇਮੀਗ੍ਰੈਂਟ ਵਰਕਰਸ ਨੂੰ ਆਪਣੇ ਉੱਥੇ ਰੋਜ਼ਗਾਰ, ਜਾਣੀ ਕਿ ਨੌਕਰੀਆਂ ਦਿੰਦੀਆਂ ਹਨ। ਹਰ ਸਾਲ ਵੱਖ-ਵੱਖ ਕੈਟੇਗਰੀਜ਼ ਦੇ ਵਿੱਚ 85,000 ਵੀਜ਼ੇ ਜਾਰੀ ਕੀਤੇ ਜਾਂਦੇ ਹਨ। ਇਹ ਵੀਜ਼ੇ 3 ਸਾਲਾਂ ਦੇ ਲਈ ਜਾਰੀ ਹੁੰਦੇ ਹਨ। ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਪ੍ਰਸ਼ਾਸਨ ਵੱਲੋਂ H1B ਵੀਜ਼ਾ ਸਮੇਤ ਕਈ ਵਰਕ ਵੀਜ਼ਿਆਂ ਦੇ ਲਈ ਨਿਯਮਾਂ ਨੂੰ ਸਖਤ ਕਰ ਦਿੱਤਾ ਗਿਆ ਸੀ। ਵੀਜ਼ੇ ਦੇ ਲਈ ਲਾਟਰੀ ਸਿਸਟਮ ਦੀ ਥਾਂ ਤਨਖਾਹ ਅਤੇ ਮੈਰਿਟ ਆਧਾਰਿਤ ਪ੍ਰੋਸੈਸ ਦੀ ਤਿਆਰੀ ਕੀਤੀ ਗਈ ਸੀ। ਪਰ ਹੁਣ ਜੋ ਬਾਈਡਨ ਵੱਲੋਂ ਅਹੁਦਾ ਸੰਭਾਲਦਿਆਂ ਬਾਈਡਨ ਪ੍ਰਸ਼ਾਸਨ ਨੇ ਟਰੰਪ ਦੀਆਂ ਕਈ ਨੀਤੀਆਂ ਨੂੰ ਟਾਲ ਦਿੱਤਾ ਅਤੇ ਫਿਰ ਤੋਂ ਲਾਟਰੀ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਡਰਾਅ ਦਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਨੇ 2 ਡਰਾਅ ਕੱਢੇ ਹਨ, ਜਿਸ ਦੇ ਤਹਿਤ 494 ਇਨਵੀਟੇਸ਼ਨ ਜਾਰੀ ਕੀਤੇ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ 2 ਡਰਾਅ ਦਾ ਐਲਾਨ ਕੀਤਾ ਗਿਆ। ਇਨ੍ਹਾਂ ਡਰਾਅ ਦੇ ਤਹਿਤ 494 ਇਮੀਗ੍ਰੇਸ਼ਨ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ। ਫਰਵਰੀ 16, 2021 ਨੂੰ 2 ਅਲੱਗ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਡਰਾਅ ਕੱਢੇ ਗਏ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਨੋਮਿਨੀ ਪ੍ਰੋਗਰਾਮ ਦੇ ਵਿੱਚ 459 ਸੱਦੇ ਸਕਿਲਸ ਇਮੀਗ੍ਰੇਸ਼ਨ ਅਤੇ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ ਕੈਂਡੀਡੇਟਸ ਨੂੰ ਦਿੱਤੇ ਗਏ। ਇਸ ਡਰਾਅ ਦੇ ਵਿੱਚ ਘੱਟੋ ਘੱਟ 85 ਅਤੇ 104 ਪੁਆਇੰਟਸ ਦੀ ਜ਼ਰੂਰਤ ਸੀ। 35 ਇਨਵੀਟੇਸ਼ਨ ਉਹਨਾਂ ਨੂੰ ਦਿੱਤੇ ਗਏ ਜੋ ਰੀਟੇਲ ਅਤੇ ਹੋਲਸੇਲ ਟ੍ਰੇਡ ਮੈਨੇਜਰ ਅਤੇ ਰੈਸਟੋਰੈਂਟ ਅਤੇ ਫੂਡ ਸਰਵਿਸ ਮੈਨੇਜਰ ਦੇ ਤੌਰ ਤੇ ਕੈਨੇਡਾ ਦੇ ਵਿੱਚ ਕੰਮ ਕਰਦੇ ਹਨ। ਇਸ ਕਿੱਤੇ ਦੇ ਨਾਲ ਸੰਬੰਧਿਤ ਕਈਆਂ ਵੱਲੋਂ BC-PNP ਸਕਿੱਲ ਇਮੀਗ੍ਰੇਸ਼ਨ ਰਜਿਸਟ੍ਰੇਸ਼ਨ ਸਿਸਟਮ ਦੇ ਵਿੱਚ ਰਜਿਸਟਰ ਕੀਤਾ ਗਿਆ ਸੀ। ਦੱਸਿਏ ਕਿ ਪ੍ਰੋਵਿੰਸ ਵੱਲੋਂ ਇਹ ਵੀ ਅਨਾਉਂਸ ਕੀਤਾ ਗਿਆ ਹੈ, ਜਾਣੀ ਕਿ ਐਲਾਨ ਕੀਤਾ ਗਿਆ ਹੈ ਕਿ ਟੂਰਿਜ਼ਮ, ਹਸਪਿਟੈਲਿਟੀ, ਰਿਟੇਲ ਅਤੇ ਪਰਸਨਲ ਸਰਵਿਸਿਜ਼ ਆਕਿਊਪੇਸ਼ਨ ਦੇ ਨਾਲ ਸੰਬੰਧਿਤ ਕੈਂਡੀਡੇਟਸ ਨੂੰ ਵੀ ਹੁਣ ਸੱਦੇ ਦਿੱਤੇ ਜਾਣੇ ਸ਼ੁਰੂ ਕੀਤੇ ਜਾਣਗੇ। ਇਸ ਪ੍ਰੋਵਿੰਸ ਵੱਲੋਂ ਹੁਣ ਤੱਕ 9 ਡਰਾਅ ਕੱਢੇ ਜਾ ਚੁੱਕੇ ਹਨ, ਜਿਸ ਦਾ ਮਤਲਬ ਹੈ ਕਿ 2021 ਹੁਣ ਤੱਕ 1308 ਇਨਵੀਟੇਸ਼ਨ ਜਾਰੀ ਕੀਤੇ ਜਾ ਚੁੱਕੇ ਹਨ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਨਾਲ ਦੀ ਨਾਲ ਦੱਸਾਂਗੇ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਨੇ, ਜਾਣੀ ਕਿ ਕੀ ਹੈ ਕੈਨੇਡਾ ਦੇ ਵਿੱਚ ਕੇਸਿਸ ਓਵਰਵਿਊ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 1038 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਇੱਥੇ 44 ਮੌਤਾਂ ਵੀ ਇਸ ਵਾਇਰਸ ਦੇ ਕਰਕੇ ਦਰਜ ਕੀਤੀਆਂ ਗਈਆਂ। ਟੋਰਾਂਟੋ ਤੋਂ 376, ਪੀਲ ਰੀਜਨ ਤੋਂ 142, ਯਾਰਕ ਰੀਜਨ ਤੋਂ 122 ਮਾਮਲੇ ਸਾਹਮਣੇ ਆਏ ਹਨ ਜੋ ਕਿ ਕੋਰੋਨਾ ਵਾਇਰਸ ਦੇ ਨਾਲ ਜੁੜੇ ਨੇ। UK ਵੇਰੀਐਂਟ ਦੇ ਨਾਲ ਸੰਬੰਧਿਤ 10 ਨਵੇਂ ਮਾਮਲਿਆਂ ਦੀ ਵੀ ਇੱਥੇ ਪੁਸ਼ਟੀ ਹੋਈ ਹੈ। ਮਿਨਿਸਟਰੀ ਆਫ ਹੈਲਥ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 758 ਲੋਕ ਇਸ ਸਮੇਂ ਹਸਪਤਾਲ ਦੇ ਵਿੱਚ ਨੇ, ਜਿਨ੍ਹਾਂ ਵਿੱਚੋਂ 277 ਇੰਟੈਂਸਿਵ ਕੇਅਰ ਅਧੀਨ ਅਤੇ 192 ਵੈਂਟੀਲੇਟਰ ਦੇ ਉੱਪਰ ਹਨ। ਕਿਊਬੈਕ ਤੋਂ 900 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 10 ਮੌਤਾਂ ਦਰਜ ਕੀਤੀਆਂ ਗਈਆਂ। ਕਿਊਬੈਕ ਦੇ ਵਿੱਚ ਇਸ ਸਮੇਂ 9378 ਐਕਟਿਵ ਕੋਰੋਨਾ ਵਾਇਰਸ ਦੇ ਮਾਮਲੇ ਹਨ। 829 ਮਾਮਲੇ ਅਜਿਹੇ ਹਨ ਜੋ ਕਿ 24 ਘੰਟਿਆਂ ਦੌਰਾਨ ਰਿਕਵਰ ਹੋਏ। ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,79,887 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਣ ਤੱਕ 2,60,245 ਰਿਕਵਰਡ ਮਾਮਲੇ ਵੀ ਇਸ ਪ੍ਰੋਵਿੰਸ ਦੇ ਵਿੱਚ ਨੇ। ਹਸਪਤਾਲ ਦੇ ਵਿੱਚ 747 ਮਰੀਜ਼ਾਂ ਦੀ ਗਿਣਤੀ ਹੈ, ਜਿਨ੍ਹਾਂ ਵਿੱਚੋਂ 129 ਇੰਟੈਂਸਿਵ ਕੇਅਰ ਅਧੀਨ ਹਨ।
139 ਕਰੋਨਾ ਵਾਇਰਸ ਦੇ ਮਾਮਲੇ ਮੈਨੀਟੋਬਾ ਤੋਂ ਸਾਹਮਣੇ ਆਏ ਹਨ। ਕੈਨੇਡਾ ਤੋਂ ਹੁਣ ਤੱਕ 8,33,000 ਦੇ ਕਰੀਬ ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 21,420 ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਚਲੀ ਗਈ ਹੈ। ਇਸ ਦੇ ਨਾਲ ਹੀ 7,78,000 ਮਰੀਜ਼ ਉਹ ਹਨ ਜਿਨ੍ਹਾਂ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ, ਜਾਣੀ ਕਿ ਰਿਕਵਰਡ ਮਾਮਲੇ ਹਨ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਜਗਮੀਤ ਸਿੰਘ ਦਾ ਟਰੂਡੋ ਨੂੰ ਸਵਾਲ, ਪੁੱਛਿਆ ਕਰੋਨਾ ਦੌਰਾਨ ਵੀ ਕਰਾਉਣਗੇ ਚੋਣਾਂ। ਭਾਰਤ ਦੇ ਕਿਸਾਨਾਂ ਦੇ ਲਈ ਕੈਨੇਡਾ ਦੇ ਵਿੱਚ ਚੱਲੀ ਲਹਿਰ, ਸੂਬਿਆਂ ਦੀਆਂ ਵਿਧਾਨ ਸਭਾ ਬਾਹਰ ਜੁੱਤੀਆਂ ਰੱਖ ਕੇ ਕੀਤਾ ਜਾ ਰਿਹਾ ਪ੍ਰਦਰਸ਼ਨ। ਕੈਨੇਡਾ ਦੇ ਵਿੱਚ ਕੱਚਿਆਂ ਨੂੰ ਪੱਕਾ ਕਰਨ ਦੀ ਉੱਠੀ ਮੰਗ, ਹੋਪ ਵੈਲਫੇਅਰ ਸੁਸਾਇਟੀ ਨੇ ਚਲਾਈ ਪਟੀਸ਼ਨ। ਕੈਨੇਡਾ ਨੇ ਰਿਫਿਊਜੀਆਂ ਨੂੰ ਦਿੱਤੀ ਵੱਡੀ ਰਾਹਤ, ਸਰਕਾਰ ਚੁੱਕੇਗੀ ਹੋਟਲ ਅਤੇ ਕਰੋਨਾ ਟੈਸਟ ਦਾ ਖਰਚਾ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।